आओ पढ़िए 10वीं श्रेणी की किताब स्वागत जिंदगी का 3rd चैप्टर आपसी रिश्ते। पहला टॉपिक है बजुर्गों की संभाल। तेरा इहो ही सुरग होना, पूज बजुर्गों नूं, कदे तू भी बजुर्ग होना। सुरजीत पात्र दियां यह लाइनां। बजुर्गों नाल समा बिताउणा, उन्हां दी सेवा संभाल करनी ही बजुर्गों की असल पूजा है। आओ असीं एक नाटक पढ़िए सिलसिला। पर इस नाटक नूं पढ़न तो पहलां आओ एक वीडियो क्लिप देखिए। मम्मी जी, आप प्लीज जल्दी कीजिए ना, वो आपका वेट कर रहे हैं नीचे। कितना टाइम लगता है आपको आने में? जल्दी कीजिए, मुझे ऑफिस के लिए लेट हो रहा है। अरे बेटा रुको, ब्रूनो पागल हो गया है, सुबह से भाग रहा है ऐसे। क्या हो गया है? माँ, आप यहीं उतर जाइए। अरे बहन जी, आप यहाँ कैसे? हम सबसे मिलने को आई आप? मैं यहाँ रहने आई हूँ। ये जो लेडी अंदर गई हैं, क्या आप इन्हें जानते हैं? हाँ, ये हमारी सुनीता जी है। बड़ी नेक औरत है, उनकी जितनी भी तारीफ करो कम है। ऐसा क्या किया इन्होंने? अच्छे करीबन 30 साल पहले एक छोटे से बच्चे को कोई यहाँ छोड़ गया था। हमारी सुनीता जी ने उस बच्चे को गोद ले लिया। वीडियो क्लिप नूं देख के तुहानूं काफ़ी कुछ इस नाटक बारे पता लग गया होना। आओ हुण असीं इस नाटक दे डायलॉग्स पढ़िए। घर दा एक ड्राइंग रूम दा दृश्य है। कमरे विच दादी नाल उसदा 7-8 साल दा पोता रितंबर खेड रिहा है ਅਤੇ ਗੱਲਾਂ ਬਾਤਾਂ ਵੀ ਕਰ ਰਿਹਾ ਹੈ। ਖੇਡ ਵਿੱਚ ਪੋਤਾ ਜਿੱਤ ਜਾਂਦਾ ਹੈ। ਰਿਤੰਬਰ, ਓ ਡੋਡੋ, ਦਾਦੀ ਡੋਡੋ, ਮੈਂ ਜਿੱਤ ਗਿਆ, ਦਾਦੀ ਹਾਰ ਗਈ। ਦਾਦੀ, ਉਹ ਬਾਬਾ ਠੀਕ ਹੈ, ਹੁਣ ਬਸ ਕਰ, ਮੈਂ ਹਾਰੀ ਤੇ ਤੂੰ ਜਿੱਤਿਆ, ਹੁਣ ਮੈਨੂੰ ਆਰਾਮ ਕਰ ਲੈਣ ਦੇ। ਰਿਤੰਬਰ, ਨਹੀਂ ਨਹੀਂ ਦਾਦੀ, ਤੁਸੀਂ ਹੋਰ ਖੇਡੋ ਮੇਰੇ ਨਾਲ, ਮੈਂ ਤਾਂ ਹੁਣੇ ਖੇਡਣਾ, ਹੁਣੇ। ਕੋਈ ਨਹੀਂ ਖੇਡਦਾ ਮੇਰੇ ਨਾਲ, ਨਾ ਮੰਮੀ ਨਾ ਪਾਪਾ, ਉਹਨਾਂ ਕੋਲ ਤਾਂ ਟਾਈਮ ਹੀ ਨਹੀਂ ਹੈਗਾ। ਜੇ ਤੁਸੀਂ ਨਾ ਖੇਡੇ ਦਾਦੀ ਤਾਂ ਮੈਂ ਕੱਟੀ ਹੋ ਜਾਣਾ, ਕੱਟੀ। ਦਾਦੀ, ਚੰਗਾ ਭਾਈ, ਆ ਕੱਟੀ ਵੱਛੀ ਜਿਹੀ ਨਾ ਕਰਿਆ ਕਰ। ਹਾਂ ਦੱਸ। ਰਿਤੰਬਰ, ਦਾਦੀ ਪਹਿਲਾਂ ਇਹ ਦੱਸ ਬਈ ਇਹ ਮਨਹੂਸ ਕੀ ਹੁੰਦਾ। ਦਾਦੀ, ਵੇ ਆ ਕਿੰਨੇ ਗੱਲ ਦੱਸੀ ਤੈਨੂੰ। ਰਿਤੰਬਰ, ਨਹੀਂ ਨਹੀਂ ਦਾਦੀ ਦੱਸ, ਮੈਂ ਨਹੀਂ। ਦਾਦੀ, ਪੁੱਤ ਆ ਤੇਰੇ ਸਮਝਣ ਵਾਲੀ ਗੱਲ ਨਹੀਂ, ਤੂੰ ਅਜੇ ਨਿਆਣਾ ਵਾ। ਰਿਤੰਬਰ, ਦੱਸ ਵੀ ਨਾ ਦਾਦੀ, ਨਹੀਂ ਤਾਂ ਮੈਂ ਫਿਰ ਕੱਟੀ ਹੋ ਜਾਣਾ। ਦਾਦੀ ਭਾਵੁਕ ਹੋ ਕੇ, ਪੁੱਤ ਜੇ ਤੂੰ ਵੀ ਕੱਟੀ ਕਰ ਲਈ ਮੇਰੇ ਨਾਲ, ਫਿਰ ਮੈਂ ਕਿਹਦੇ ਸਹਾਰੇ ਜਿਉਣਾ। ਰਿਤੰਬਰ, ਚੰਗਾ ਦਾਦੀ, ਨਹੀਂ ਕਰਦਾ, ਬਸ ਦੱਸ ਮਨਹੂਸ ਕੀ ਹੁੰਦਾ। ਦਾਦੀ, ਮਨਹੂਸ ਹੁੰਦਾ ਪੁੱਤ ਜਿਹੜਾ ਮਾੜਾ ਹੋਵੇ ਤੇ ਦੂਜਿਆਂ ਦਾ ਜ਼ਿਆਦਾ ਬੁਰਾ ਚਾਹੁੰਦਾ ਹੋਵੇ, ਜਿਹਦੇ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਹੋਵੇ, ਜਿਹੜਾ ਘਰ ਪਰਿਵਾਰ ਬਾਰੇ ਚੰਗਾ ਨਾ ਸੋਚੇ ਬਸ। ਰਿਤੰਬਰ, ਦਾਦੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਦਾਦੀ, ਕਰਦੀ ਆ ਪੁੱਤ। ਰਿਤੰਬਰ, ਫਿਰ ਤੁਸੀਂ ਤਾਂ ਮਨਹੂਸ ਹੋ ਨਹੀਂ ਸਕਦੇ। ਦਾਦੀ, ਹਾਂ ਪੁੱਤ ਮੈਂ ਨਹੀਂ ਆ। ਇਹ ਕਹਿੰਦਿਆਂ ਦਾਦੀ ਨੂੰ ਖੰਘ ਛਿੜ ਪੈਂਦੀ ਹੈ। ਪਾਣੀ। ਰਿਤੰਬਰ, ਦਾਦੀ ਕੀ ਹੋਇਆ। ਇੰਨੇ ਨੂੰ ਰਿਤੰਬਰ ਦੀ ਮਾਂ ਸਿਮਰਨ ਪ੍ਰਵੇਸ਼ ਕਰਦੀ ਆ। ਸਿਮਰਨ, ਤੈਨੂੰ ਕਿੰਨੀ ਵਾਰ ਕਿਹਾ ਕਿ ਇਹਦੇ ਮੋਢੇ 'ਤੇ ਚੜ੍ਹ ਕੇ ਨਾ ਬੈਠਿਆ ਕਰ, ਪਤਾ ਨਹੀਂ ਕਿਹੜੀ ਟੀਬੀ ਦੀ ਬਿਮਾਰੀ ਲਗਾ ਦੇਣੀ ਮੇਰੇ ਪੁੱਤ ਨੂੰ। ਜਦੋਂ ਦੇਖੋ ਵਿਹਲੀ ਬੈਠੀ ਖਾਉਂ ਖਾਉਂ ਕਰੀ ਜਾਂਦੀ ਹੈ ਪਟਰਾਣੀ, ਕੰਮ ਦੀ ਨਾ ਕਾਜ ਦੀ, ਦੁਸ਼ਮਣ ਅਨਾਜ ਦੀ।
ਰਿਤੰਬਰ ਨੂੰ ਧੂ ਕੇ ਕਮਰੇ ਵਿੱਚ ਲੈ ਜਾਂਦੀ ਹੈ। ਦਾਦੀ ਦੰਗ ਰਹਿ ਜਾਂਦੀ ਹੈ। ਰਿਤੰਬਰ ਉਦਾਸ ਨਜ਼ਰਾਂ ਨਾਲ ਦਾਦੀ ਵੱਲ ਦੇਖਦਾ ਹੋਇਆ ਜਾਂਦਾ ਹੈ। ਇਸ ਸਿਲਸਿਲੇ ਇਹ ਜਲ ਜਲੇ ਮਾਰੂ ਤੂਫਾਨ ਇਹ ਵਲਵਲੇ, ਪੈਣੇ ਕਦੇ ਨਾ ਥੰਮਣੇ ਉੱਗੇ ਕਰੀ ਜੋ ਫਾਸਲੇ। ਸਿਮਰਨ। ਪਤਾ ਨਹੀਂ ਕੀ ਜਾਦੂ ਕੀਤਾ ਮੇਰੇ ਪੁੱਤ ਤੇ, ਤੂੰ ਉੱਥੇ ਜਾ ਬੈਠਦਾ। ਰਿਤੰਬਰਾ ਉੱਥੇ ਕੀ ਅੰਬ ਰੱਖਿਆ ਬਈ ਤੂੰ ਚੁੱਪਣ ਜਾਨਾ। ਰਿਤੰਬਰ। ਤੇ ਫਿਰ ਮੰਮੀ ਤੁਸੀਂ ਕਿਹੜਾ ਮੇਰੇ ਲਈ ਇੱਥੇ ਕਿੰਨੂ ਛਿੱਲ ਕੇ ਰੱਖੇ ਆ। ਸਿਮਰਨ। ਚੁੱਪ ਕਰ, ਮੇਰੇ ਅੱਗੇ ਵੀ ਬੋਲਣ ਲਗਾ ਦਿੱਤਾ ਤੈਨੂੰ। ਰਿਤੰਬਰ। ਮੰਮੀ ਮਨਹੂਸ ਤਾਂ ਉਹ ਹੈ ਜਿਹੜਾ ਸਭ ਦੂਜਿਆਂ ਨੂੰ ਮਾੜਾ ਕਹੇ ਕਿ ਨਹੀਂ। ਮੰਮੀ ਫਿਰ ਇਹ ਮਨਹੂਸ ਤਾਂ ਤੁਸੀਂ ਹੋਏ, ਸਾਰਾ ਦਿਨ ਦਾਦੀ ਨੂੰ ਮਾੜਾ ਕਹਿੰਦੇ ਰਹਿੰਦੇ ਹੋ। ਸਿਮਰਨ। ਠਹਿਰ ਜਾ ਤੂੰ, ਮੈਂ ਦੱਸਦੀ ਆ ਪਤਾ ਤੈਨੂੰ। ਆ ਲੈਣ ਦੇ ਤੇਰੇ ਪਾਪਾ ਨੂੰ, ਤੇਰੀ ਸ਼ਿਕਾਇਤ ਲਾਉਣੀ ਆ ਉਹਨਾਂ ਨੂੰ। ਪਾਪਾ ਕਰਨਵੀਰ ਸਿੰਘ ਪ੍ਰਵੇਸ਼ ਕਰਦਾ ਹੈ। ਕਰਨ। ਕੀ ਹੋ ਗਿਆ? ਕਿਉਂ ਇੰਨਾ ਸ਼ੋਰ ਮਚਾਇਆ ਹੋਇਆ ਤੁਸੀਂ? ਸਿਮਰਨ। ਗੱਲ ਕੀ ਹੋਈ ਆ? ਅੱਜ ਪਤਾ ਨਹੀਂ ਰਿਤੰਬਰ ਨੂੰ ਮਗਰੋਂ ਕੀ ਸਿਖਾਇਆ। ਮੈਨੂੰ ਕਹਿੰਦਾ ਤੁਸੀਂ ਮਨਹੂਸ ਹੋ। ਕਰਨ। ਹੈਂ? ਉਹ ਆ ਕੀ ਕਹਿ ਰਿਹਾ ਤੂੰ? ਇੱਦਾਂ ਬੋਲੀਦਾ ਹੁੰਦਾ ਮੰਮੀ ਪਾਪਾ ਨੂੰ? ਰਿਤੰਬਰ। ਤੁਸੀਂ ਵੀ ਤਾਂ ਇੱਦਾਂ ਹੀ ਬੋਲਦੇ ਆਪਣੀ ਮੰਮੀ ਨੂੰ। ਸਿਮਰਨ। ਦੇਖ ਲਓ ਜੀ, ਹੁਣ ਤਾਂ ਬਰਦਾਸ਼ਤ ਤੋਂ ਬਾਹਰ ਹੋ ਗਿਆ। ਤੁਸੀਂ ਆਪਣੀ ਮਾਂ ਦਾ ਹੀਲਾ ਵਸੀਲਾ ਕਰੋ, ਨਹੀਂ ਤਾਂ ਮੈਂ ਚੱਲੀ ਆਪਣੇ ਪੇਕੇ। ਫੇਰ ਸਾੜੀ ਜਾਇਓ ਆਪਣੇ ਹੱਥ, ਬੁੜੀ ਜਿਹੀ ਨਾ ਹੋਵੇ। ਹਰ 24 ਘੰਟੇ ਖਾਉਂ ਖਾਉਂ ਕਰੀ ਜਾਂਦੀ, ਪਤਾ ਨਹੀਂ ਕਿਹੜੀ ਬਿਮਾਰੀ ਚਿੰਬੜੀ ਆ। ਤੁਸੀਂ ਬੋਲਦੇ ਕਿਉਂ ਨਹੀਂ? ਕਰਨ। ਕੀ ਬੋਲਾਂ ਹੁਣ, ਕਿੱਥੇ ਧੱਕਾ ਦੇ ਆਵਾਂ ਮੈਂ ਉਹਨੂੰ। ਸਿਮਰਨ। ਇਹ ਤਾਂ ਹੁਣ ਤੁਸੀਂ ਦੇਖੋ। ਕਰਨ। ਨਹੀਂ ਮੈਂ ਕਰਦਾ ਕੋਈ ਹੱਲ। ਰਿਤੰਬਰ। ਪਾਪਾ ਜਾ ਲੈਣ ਦਿਓ ਮੰਮੀ ਨੂੰ, ਰੋਟੀ ਆਪਾਂ ਨੂੰ ਦਾਦੀ ਪਕਾ ਕੇ ਦੇਵੇਗੀ। ਸਿਮਰਨ। ਦੇਖ ਲਓ ਕੀ ਸਿਖਾਇਆ ਇਹਨੂੰ। ਕਰਨ। ਤੂੰ ਚੁੱਪ ਕਰ ਓਏ, ਨਹੀਂ ਤਾਂ ਕੰਨ ਤੇ ਪੈਣਗੀਆਂ। ਦਾਦੀ। ਪੁੱਤ ਤੈਨੂੰ ਕੋਈ ਤਕਲੀਫ ਕਰਨ ਦੀ ਲੋੜ ਨਹੀਂ, ਨਾ ਕਰਨ ਦੀ। ਮੈਂ ਸਾਰੀ ਗੱਲ ਸੁਣ ਲਈ ਹੈ। ਆਪੇ ਤੁਹਾਡੇ ਤੇ ਬੋਝ ਹੀ ਆ ਹੁਣ, ਪਰ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰਨਾ। ਬਸ ਹੁਣ ਮੇਰੇ ਤੇ ਇੱਕ ਅਹਿਸਾਨ ਕਰ ਦੇ, ਮੈਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡਿਆ। ਬਾਕੀ ਦੇ 4 ਦਿਨ ਮੈਂ ਉੱਥੇ ਰਹਿ ਕੇ ਰਿੜਦੀ ਕੁੜਦੀ ਕੱਟ ਲਊਂ। ਸਿਮਰਨ। ਲਓ ਹੁਣ ਸੋਚਦੇ ਕੀ ਹੋ? ਹੁਣ ਨਾਲੇ ਮੰਮੀ ਜੀ ਨੇ ਆਪ ਹੀ ਕਹਿ ਦਿੱਤਾ, ਲਿਜਾਓ ਹੁਣ। ਮੈਂ ਮੰਮੀ ਦਾ ਸੂਟ ਪਾ ਦਿੰਨੀ ਆ ਲਿਫਾਫੇ ਵਿੱਚ। ਦਾਦੀ। ਰਹਿਣ ਦੇ ਬਹੂ, ਮੈਂ ਆਪਣਾ ਸਮਾਨ ਲੈ ਲਿਆ, ਤੈਨੂੰ ਖੇਚਲ ਕਰਨ ਦੀ ਲੋੜ ਨਹੀਂ। ਚੰਗਾ ਚੱਲ ਪੁੱਤ, ਛੱਡਿਆ। ਰਿਤੰਬਰ। ਦਾਦੀ ਤੁਸੀਂ ਨਾ ਜਾਓ ਪਲੀਜ਼, ਨਾ ਜਾਓ ਦਾਦੀ। ਦਾਦੀ। ਪੁੱਤ ਹੁਣ ਮੇਰਾ ਉੱਥੇ ਹੀ ਘਰ ਹੈ। ਰਿਤੰਬਰ। ਪਾਪਾ ਤੁਸੀਂ ਨਾ ਭੇਜੋ ਦਾਦੀ ਨੂੰ, ਮੇਰੇ ਨਾਲ ਕੌਣ ਖੇਡੇਗਾ ਪਲੀਜ਼ ਦਾਦੀ ਜੀ। ਕਰਨ। ਸਿਮਰਨ ਮੇਰੀ ਗੱਡੀ ਦੀ ਚਾਬੀ ਕਿੱਥੇ ਹੈ? ਸਿਮਰਨ। ਤੁਸੀਂ ਗੱਡੀ ਨਾ ਲੈ ਕੇ ਜਾਇਓ, ਮੈਂ ਪਾਰਲਰ ਜਾਣਾ, ਤੁਸੀਂ ਆਟੋ ਲੈ ਲਓ ਪਲੀਜ਼। ਸਿਮਰਨ। ਤੇ ਆ ਕੀ ਆ ਹੱਥ 'ਚ? ਕਰਨ ਵੀ ਦਾਦੀ ਦੇ ਹੱਥਾਂ ਵੱਲ ਵੇਖ ਕੇ ਪੁੱਛਦਾ ਹੈ, ਆਹ ਕੀ ਹੈ? ਦਾਦੀ। ਫਿਕਰ ਨਾ ਕਰੋ, ਇਸ ਘਰ ਦੀ ਰਜਿਸਟਰੀ ਤਾਂ ਉਹ ਮੇਜ਼ ਤੇ ਪਈ ਆ। ਇਹ ਤਾਂ ਰਿਤੰਬਰ ਦੇ ਦਾਦਾ ਜੀ ਦੀ ਫੋਟੋ ਹੈ। ਉਹਨਾਂ ਨੇ ਜਿਉਂਦੇ ਜੀ ਮੈਨੂੰ ਇਕੱਲੀ ਨਹੀਂ ਛੱਡਿਆ, ਹੁਣ ਮੈਂ ਉਹਨਾਂ ਨੂੰ ਇਸ ਘਰ 'ਚ ਇਕੱਲੇ ਨਹੀਂ ਛੱਡ ਸਕਦੀ। ਬਿਰਧ ਘਰ ਜਾ ਕੇ ਵੀ ਪਿੱਛੋਂ ਇਕੱਲੇ ਨਹੀਂ ਛੱਡ ਸਕਦੀ। ਆਲਣਾ ਛੱਡ ਉੱਠ ਚੱਲੇ, ਕਿਹੇ ਪੰਛੀਆਂ ਦੇ ਕਾਫਲੇ, ਪਿੰਜਰਾਂ ਜਿਹੇ ਹੋਏ ਪਿੰਜਰੇ, ਕਦ ਰੁਕਣਗੇ ਇਹ ਸਿਲਸਿਲੇ, ਕਦ ਰੁਕਣਗੇ ਇਹ ਸਿਲਸਿਲੇ। ਅਗਲਾ ਦ੍ਰਿਸ਼, ਘਰ ਦੇ ਕਮਰੇ ਵਿੱਚ ਉਦਾਸ ਰਿਤੰਬਰ ਬੈਠਾ ਹੈ। ਸਿਮਰਨ ਉਸ ਨੂੰ ਖਾਣ ਲਈ ਮਨਾ ਰਹੀ ਹੈ। ਕਰਨ। ਅੱਜ ਤਾਂ ਗਰਮੀ ਹੀ ਬੜੀ ਹੈ, ਪੂਰਾ ਘੰਟਾ ਲੱਗ ਗਿਆ ਆਟੋ ਵਿੱਚ, ਹੁਣ ਆਦਤ ਵੀ ਨਹੀਂ ਰਹੀ ਆਟੋ 'ਚ ਜਾਣ ਦੀ। ਇੰਨੇ ਨੂੰ ਫੋਨ ਦੀ ਘੰਟੀ ਵੱਜਦੀ। ਸਿਮਰਨ। ਹੈਲੋ, ਹਾਂ ਜੀ ਮੰਮੀ ਜੀ, ਮੈਂ ਠੀਕ ਹਾਂ, ਬਸ ਪਾਰਲਰ ਗਈ ਸੀ ਤਾਂ ਹੀ ਨਹੀਂ ਫੋਨ ਚੁੱਕ ਸਕੀ। ਹਾਂ ਸਭ ਠੀਕ ਹੈ, ਮੈਂ ਤਾਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਸੀ ਕਿ ਰਿਤੰਬਰ ਦੇ ਪਾਪਾ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਏ, ਵੱਢ ਆਏ ਅੱਜ ਫਾਹਾ। ਤੁਸੀਂ ਦੱਸੋ, ਦਵਾਈ ਲੈ ਲਿਆ ਕਰੋ ਟਾਈਮ ਸਿਰ, ਕਰਾਓ ਗੱਲ। ਹੈਲੋ ਵੀਰੇ, ਕਿਵੇਂ, ਸਭ ਠੀਕ ਹੈ? ਹਾਂ ਮੰਮੀ ਦਾ ਪੂਰਾ ਖਿਆਲ ਰੱਖੀ, ਦੇਖ ਲੈ ਨਹੀਂ ਤਾਂ ਮੈਂ ਆਪਣੇ ਕੋਲ ਲੈ ਜਾਣਾ ਇਹਨੂੰ ਤੇ ਆਪਣੇ ਘਰ ਵਾਲੇ ਤੋਂ ਪੂਰੀ ਸੇਵਾ ਕਰਾਵਾਂਗੀ, ਸੁਣ ਗਿਆ? ਹਾਂ ਰੱਖਦੀ ਹਾਂ, ਓਕੇ ਬਾਏ। ਉਹ ਮੰਮੀ ਦਾ ਫੋਨ ਆ ਗਿਆ ਸੀ। ਕਰਨ। ਅੱਛਾ ਲੱਗਦਾ ਸੀ ਪਤਾ, ਪਾਣੀ ਦਾ ਗਲਾਸ ਲਿਆ ਦੇ, ਔਖਾ ਹੋਇਆ ਪਿਆ ਗਰਮੀ 'ਚ। ਰਿਤੰਬਰ। ਪਾਪਾ ਆਟੋ 'ਚ ਗਰਮੀ ਜ਼ਿਆਦਾ ਲੱਗ ਰਹੀ ਸੀ?
ਪਾਪਾ ਹਾਂ। ਰਿਤੰਬਰ ਦਾਦੀ ਜੀ ਨੂੰ ਵੀ ਲੱਗਦੀ ਹੋਊ। ਰਿਤੰਬਰ ਓਏ ਹਾਂ, ਜਦ ਗਰਮੀ ਸੀ ਤਾਂ ਉਹਨਾਂ ਨੂੰ ਵੀ ਲੱਗਣੀ ਹੀ ਸੀ। ਰਿਤੰਬਰ ਪਾਪਾ ਫਿਰ ਤੁਸੀਂ ਫਿਕਰ ਨਾ ਕਰੋ, ਜਿਸ ਦਿਨ ਮੈਂ ਤੁਹਾਨੂੰ ਬਿਰਧ ਆਸ਼ਰਮ ਛੱਡ ਕੇ ਆਵਾਂਗਾ, ਮੈਂ ਤੁਹਾਨੂੰ ਆਟੋ ਵਿੱਚ ਨਹੀਂ ਬਲਕਿ ਵੱਡੀ ਸਾਰੀ ਗੱਡੀ ਵਿੱਚ ਛੱਡ ਕੇ ਆਵਾਂਗਾ, ਕਿਉਂਕਿ ਪਾਪਾ ਆਈ ਲਵ ਯੂ। ਸਿਮਰਨ ਰਿਤੰਬਰਾ ਬਕਵਾਸ ਬੰਦ ਕਰ। 6 ਮਹੀਨੇ ਬਾਅਦ ਉਹੀ ਡਰਾਇੰਗ ਰੂਮ ਦਾ ਦ੍ਰਿਸ਼। ਕਰਨ ਅੱਜ ਅਨਾਥ ਆਸ਼ਰਮ ਤੋਂ ਫੋਨ ਆਇਆ ਸੀ, ਮੈਂ ਮਿਲਣ ਜਾਣਾ। ਸਿਮਰਨ ਓਕੇ, ਮੈਂ ਸੋਚਦੀ ਹਾਂ ਕਿ ਮੈਂ ਵੀ ਜਾ ਆਵਾਂ, ਬੁੜੀ ਦੇ ਦਰਸ਼ਨ ਕਰ ਲਵਾਂ, ਸ਼ਾਇਦ ਆਖਰੀ ਵਕਤ ਆ ਗਿਆ ਹੋਣਾ ਬੁੜੀ ਦਾ, ਤਾਂ ਹੀ ਸੱਦਿਆ ਉਹਨਾਂ ਨੇ। ਕਰਨ ਹਾਂ ਫਿਰ ਤੂੰ ਵੀ ਚੱਲ ਪਈ। ਰਿਤੰਬਰ ਹਾਂ ਮੈਂ ਵੀ ਜਾਊਂਗਾ ਦਾਦੀ ਨੂੰ ਮਿਲਣ, ਉਸ ਨੂੰ ਚਾਅ ਚੜ ਜਾਂਦਾ। ਤਿੰਨੇ ਜਣੇ ਜਾਂਦੇ ਹਨ। ਅੱਗੋਂ ਆਸ਼ਰਮ ਦਾ ਦ੍ਰਿਸ਼। ਦਾਦੀ ਮੰਜੇ ਤੇ ਪਈ ਹੈ, ਬਾਕੀ ਆਲੇ ਦੁਆਲੇ ਖੜੇ ਹਨ। ਪੋਤਾ ਦਾਦੀ ਨੂੰ ਚਿੰਬੜ ਕੇ ਪਿਆਰ ਕਰਦਾ ਹੈ। ਉਸ ਕੋਲ ਇੱਕ ਤੋਹਫਾ ਹੈ, ਤੋਹਫੇ ਵਿੱਚ ਉਹ ਘਰ ਲਿਆਇਆ ਹੈ। ਕਰਨ ਹਾਂ ਦੱਸ ਮਾਂ, ਤੂੰ ਕਿਉਂ ਸੱਦਿਆ? ਦਾਦੀ ਪੁੱਤ ਲੱਗਦਾ ਵੀ ਮੇਰਾ ਆਖਰੀ ਵਕਤ ਆ ਗਿਆ ਪੁੱਤ, ਆਸ਼ਰਮ 'ਚ ਮੇਰੀ ਬੜੀ ਸੇਵਾ ਕੀਤੀ, ਇੱਥੇ ਸਭ ਨੇ ਰੱਬ ਦਾ ਦਿੱਤਾ ਸਭ ਕੁਝ ਹੈ, ਫੈਕਟਰੀਆਂ ਕੋਠੀਆਂ ਸਭ ਕੁਝ, ਤੂੰ 2 ਪੱਖੇ ਹੀ ਇੱਥੇ ਦਾਨ ਕਰ ਦੇ, ਬੜੀ ਗਰਮੀ ਹੁੰਦੀ ਹੈ, ਮੱਖੀ ਮੱਛਰ ਤੰਗ ਕਰਦਾ। ਇੱਕ ਗੱਲ ਹੋਰ ਪੁੱਤ, ਪਾਣੀ ਬਹੁਤਾ ਗਰਮ ਹੈ, ਪੀਤਾ ਨਹੀਂ ਜਾਂਦਾ, ਫਰਿੱਜ ਵੀ ਦਾਨ ਕਰ ਦੇ, ਬਸ ਇੰਨਾ ਕੰਮ ਕਰ ਦੇ। ਕਰਨ ਬਸ ਇੰਨੀ ਗੱਲ ਸੀ, ਤੂੰ ਮੈਨੂੰ ਫੋਨ ਉੱਤੇ ਹੀ ਦੱਸ ਦੇਣਾ ਸੀ, ਮੈਂ ਸਾਰਾ ਕੁਝ ਭੇਜ ਦੇਣਾ ਸੀ ਤੈਨੂੰ, ਇੰਨੀ ਹੀ ਤਕਲੀਫ ਸੀ ਤਾਂ। ਦਾਦੀ ਪੁੱਤ ਤਕਲੀਫ ਮੈਨੂੰ ਨਹੀਂ ਪੁੱਤ, ਮੈਂ ਤਾਂ ਔਖਾ ਸੌਖਾ ਵਕਤ ਕੱਟ ਲਿਆ, ਮੈਨੂੰ ਆਪਣੀ ਫਿਕਰ ਨਹੀਂ, ਮੈਨੂੰ ਤੇਰੀ ਫਿਕਰ ਹੈ। ਕੱਲ੍ਹ ਨੂੰ ਜਦੋਂ ਤੂੰ ਇਸ ਆਸ਼ਰਮ ਵਿੱਚ ਆਏਗਾ ਤਾਂ ਤੇਰੇ ਤੋਂ ਸਹਿ ਨਹੀਂ ਹੋਣਾ, ਮੈਂ ਤੈਨੂੰ ਕੋਈ ਤਕਲੀਫ ਹੋਵੇ ਇਹ ਮੈਥੋਂ ਸਹਿ ਨਹੀਂ ਹੋਣਾ ਪੁੱਤ। ਕਰਨ ਇਹ ਕੀ ਤੂੰ ਕਹਿ ਰਹੀ ਹੈ ਮਾਂ? ਇੰਨੀ ਦੇਰ ਨੂੰ ਆਸ਼ਰਮ ਦਾ ਮੈਨੇਜਰ ਪ੍ਰਵੇਸ਼ ਕਰਦਾ। ਮੈਨੇਜਰ ਇਹ ਬਿਲਕੁਲ ਠੀਕ ਕਹਿ ਰਹੀ ਹੈ ਮਿਸਟਰ ਕਰਨਵੀਰ ਸਿੰਘ ਬਰਾੜ, ਜੇ ਮੈਂ ਗਲਤ ਨਾ ਹੋਵਾਂ ਤਾਂ ਤੁਹਾਡਾ ਨਾਮ ਕਰਨਵੀਰ ਸਿੰਘ ਹੀ ਹੈ ਨਾ? ਕਰਨ ਪਰ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ? ਮੈਨੇਜਰ ਤੁਸੀਂ ਨਹੀਂ ਜਾਣਦੇ ਮਿਸਟਰ ਕਰਨ, ਦੇਖ ਰਹੇ ਹੋ ਇਸ ਆਸ਼ਰਮ ਵਿੱਚ ਬਜ਼ੁਰਗ ਵੀ ਹਨ ਤੇ ਬੱਚੇ ਵੀ, ਇਹ ਦੋਵੇਂ ਹੀ ਬੇਸਹਾਰਾ ਤੇ ਅਨਾਥ ਹਨ। ਅੱਜ ਤੋਂ ਠੀਕ 35 ਸਾਲ ਪਹਿਲਾਂ ਤੁਹਾਡੇ ਪਿਤਾ ਜੀ ਜਾਨੀ ਕਿ ਹਰਦੇਵ ਸਿੰਘ ਬਰਾੜ ਤੁਹਾਨੂੰ ਵੀ ਇਸੇ ਆਸ਼ਰਮ ਤੋਂ ਗੋਦ ਲੈ ਕੇ ਗਏ ਸੀ, ਤੇ ਅੱਜ ਤੁਸੀਂ ਕਰਨਵੀਰ ਸਿੰਘ ਬਰਾੜ ਹੋ, ਤੇ ਅੱਜ ਸਾਰਾ ਕੁਝ ਉਲਟਾ ਕੇ ਤੁਹਾਡੇ ਮਾਤਾ ਜੀ ਇਸ ਆਸ਼ਰਮ ਵਿੱਚ ਹਨ। ਹੈ ਨਾ ਕੁਦਰਤ ਦਾ ਖੇਲ? ਕਰਨ ਮੈਨੂੰ ਮਾफ़ ਕਰ ਦਿਓ ਮੰਮੀ ਜੀ। ਮੈਨੇਜਰ ਸਾਹਿਬ ਇਹ ਕੁਦਰਤ ਦਾ ਖੇਲ ਨਹੀਂ, ਇਹ ਤਾਂ ਕੁਦਰਤ ਨਾਲ ਅਸੀਂ ਖਿਲਵਾੜ ਕੀਤਾ, ਅਸੀਂ ਭਟਕ ਗਏ ਸੀ, ਜੇ ਇਹ ਨਾ ਹੁੰਦੇ ਤਾਂ ਮੈਂ ਕਿਧਰੇ ਭੀਖ ਮੰਗ ਰਿਹਾ ਹੋਣਾ ਸੀ, ਮੈਨੂੰ ਮਾफ़ ਕਰ ਦਿਓ ਮੰਮੀ ਜੀ। ਸਿਮਰਨ ਮੈਨੂੰ ਵੀ ਮਾफ़ ਕਰ ਦਿਓ ਮੰਮੀ, ਮੈਂ ਭੁੱਲ ਗਈ ਸੀ ਕਿ ਜੇ ਮੇਰੀ ਆਪਣੀ ਮਾਂ ਤੇ ਤੁਸੀਂ ਵੀ ਕਿਸੇ ਦੀ ਮਾਂ ਹੋ, ਕੱਲ੍ਹ ਨੂੰ ਸਾਨੂੰ ਵੀ ਇੱਥੇ ਹੀ ਆਉਣਾ ਪੈ ਸਕਦਾ ਹੈ। ਮੈਨੇਜਰ ਮਿਸਟਰ ਕਰਨਵੀਰ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਤੁਸੀਂ ਇਹਨਾਂ ਨੂੰ ਬਿਰਧ ਆਸ਼ਰਮ ਤੋਂ ਆਪਣੇ ਘਰ ਲੈ ਜਾਓ, ਆਪਣੇ ਨਾਲ ਰੱਖੋ, ਇਹਨਾਂ ਦੀ ਸੇਵਾ ਕਰੋ, ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ, ਜਾਓ ਫਿਰ ਖੁਸ਼ੀ ਖੁਸ਼ੀ ਘਰ। ਰਿਤੰਬਰ ਚਲੋ ਆਪਣੇ ਘਰ ਚੱਲੀਏ। ਸਾਰੇ ਖੁਸ਼ੀ ਖੁਸ਼ੀ ਦਾਦੀ ਨੂੰ ਲੈ ਕੇ ਜਾਣ ਲਈ ਤਿਆਰ ਹੋ ਜਾਂਦੇ ਹਨ। ਕਰਨ ਜਿਹੋ ਜਿਹਾ ਸਲੂਕ ਮੈਂ ਆਪਣੀ ਔਲਾਦ ਤੋਂ ਚਾਹੁੰਦਾ ਹਾਂ, ਉਹ ਸਲੂਕ ਮੈਨੂੰ ਆਪਣੇ ਮਾਪਿਆਂ ਨਾਲ ਕਰਨਾ ਚਾਹੀਦਾ ਸੀ। ਸਿਮਰਨ ਜਿਹੜੀ ਕੁੜੀ ਆਪਣੇ ਤੋਂ ਦੂਰ ਪੇਕੇ ਘਰ 'ਚ ਬੈਠੇ ਭਰਾ ਨੂੰ ਫੋਨ ਕਰਕੇ ਮਾਂ ਦਾ ਖਿਆਲ ਰੱਖਣ ਲਈ ਕਹਿੰਦੀ ਹੈ, ਉਹ ਆਪਣੇ ਨੇੜੇ ਬੈਠੇ ਪਤੀ ਨੂੰ ਵੀ ਕਹਿ ਸਕਦੀ ਹੈ ਕਿ ਆਪਣੀ ਮਾਂ ਦਾ ਖਿਆਲ ਰੱਖੇ। ਰਿਤੰਬਰ ਠੰਡੀ ਮਿੱਠੀ ਦਾਦੀ ਮਾਂ, ਉਹਦੀ ਛਾਵੇਂ ਮੈਂ ਖੇਡਾਂ ਮੈਂ। ਬਜ਼ੁਰਗਾਂ ਦਾ ਸਤਿਕਾਰ। ਹੱਥ 'ਚ ਖੁੰਡੀ ਮੂੰਹ 'ਤੇ ਚੁਰੜੀਆਂ, ਵੰਡੀ ਜਾਣ ਪਿਆਰ, ਲੈਣ ਅਸੀਸਾਂ ਕਰਦੇ ਨੇ ਜੋ ਬਜ਼ੁਰਗਾਂ ਦਾ ਸਤਿਕਾਰ। ਇਹਨਾਂ ਕੋਲੇ ਜ਼ਿੰਦਗੀ ਦੀਆਂ ਸੱਚਾਈਆਂ ਨੇ, ਦੁੱਖ ਸੁੱਖ ਜਿਹੜੇ ਸੁਣਨ ਬਰਕਤਾਂ ਪਾਈਆਂ ਨੇ, ਹਨੇਰੇ ਦੇ ਵਿੱਚ ਚਾਨਣ ਵੰਡਦੇ, ਪਤਝੜ ਵਿੱਚ ਬਹਾਰ, ਲੈਣ ਅਸੀਸਾਂ ਕਰਦੇ ਨੇ ਜੋ ਬਜ਼ੁਰਗਾਂ ਦਾ ਸਤਿਕਾਰ।
ਬੇਬੇ ਬਾਪੂ ਠੰਡੀਆਂ ਮਿੱਠੀਆਂ ਛਾਵਾਂ ਨੇ, ਹੋਣ ਪੂਰੀਆਂ ਕਰਦੇ ਦਿਲੋਂ ਦੁਆਵਾਂ ਨੇ, ਦੇਣ ਹੌਸਲਾ ਔਖੇ ਵੇਲੇ, ਮਨ ਤੋਂ ਲਾ ਦੇਣ ਭਾਰ, ਲੈਣ ਅਸੀਸਾਂ ਕਰਦੇ ਨੇ ਜੋ, ਬਜ਼ੁਰਗਾਂ ਦਾ ਸਤਿਕਾਰ। ਤੀਰਥਾਂ ਦੀ ਨਹੀਂ ਲੋੜ ਸਿਆਣੇ ਕਹਿੰਦੇ ਨੇ, ਕਰੀਏ ਸੇਵਾ ਘਰੇ ਬਜ਼ੁਰਗ ਜੇ ਰਹਿੰਦੇ ਨੇ। ਹੋਰ ਵੀ ਸੋਹਣਾ ਹੋ ਜਾਵੇਗਾ ਸਾਡੇ ਲਈ ਸੰਸਾਰ, ਲੈਣ ਅਸੀਸਾਂ ਕਰਦੇ ਨੇ ਜੋ, ਬਜ਼ੁਰਗਾਂ ਦਾ ਸਤਿਕਾਰ। ਆਓ ਪ੍ਰਸ਼ਨਾਂ ਦੇ ਉੱਤਰ ਦਈਏ। ਪਹਿਲਾ ਪ੍ਰਸ਼ਨ, ਤੁਸੀਂ ਇਹ ਨਾਟਕ ਵੇਖ ਕੇ ਕੀ ਮਹਿਸੂਸ ਕੀਤਾ? ਬੱਚੇ ਇਹਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ। ਦੂਸਰਾ ਹੈਗਾ, ਤੁਸੀਂ ਬਜ਼ੁਰਗਾਂ ਦੀ ਦੇਖਭਾਲ ਕਿਵੇਂ ਕਰਦੇ ਹੋ? ਥਰਡ ਕੁਐਸਚਨ ਹੈਗਾ, ਨਾਟਕ ਦਾ ਕਿਹੜਾ ਪਾਤਰ ਤੁਹਾਨੂੰ ਸਭ ਤੋਂ ਵੱਧ ਸਹਿਣਸ਼ੀਲ ਜਾਪਦਾ ਹੈ? ਚੌਥਾ ਕੁਐਸਚਨ, ਨਾਟਕ ਦੇ ਪਾਤਰਾਂ ਬਾਰੇ ਆਪਣੀ ਰਾਏ ਦਿਓ। ਨੰਬਰ 1 ਦਾਦੀ, ਨੰਬਰ 2 ਰਿਤੰਬਰ, ਨੰਬਰ 3 ਸਿਮਰਨ, ਨੰਬਰ 4 ਕਰਨਵੀਰ। ਅਗਲਾ ਟੌਪਿਕ ਹੈ ਰਿਸ਼ਤਿਆਂ ਦੀਆਂ ਸਮਾਜਿਕ ਸੀਮਾਵਾਂ। ਪਿਆਰੇ ਵਿਦਿਆਰਥੀਓ, ਕੁਝ ਮਾਪਦੰਡ ਜਾਂ ਅਸੂਲ ਸਾਡੇ ਸਮਾਜ ਨੇ ਰਿਸ਼ਤਿਆਂ ਬਾਰੇ ਹੱਦ ਬੰਨੇ ਦੇ ਰੂਪ ਵਿੱਚ ਬਣਾਏ ਹਨ ਕਿ ਕਿਹੜੇ ਰਿਸ਼ਤੇ ਨੂੰ ਕਿਹੜੇ ਪੱਧਰ ਤੱਕ ਕਿੰਨੀਆਂ ਕੁ ਸੀਮਾਵਾਂ ਵਿੱਚ ਰਹਿੰਦੇ ਨਿਭਾਉਣਾ ਹੈ। ਉਹਨਾਂ ਸੀਮਾਵਾਂ ਤੋਂ ਬਾਹਰ ਨਹੀਂ ਜਾਣਾ। ਇਹ ਸਾਡਾ ਪਰਿਵਾਰ, ਆਂਢੀ ਗੁਆਂਢੀ, ਸਕੂਲ ਕਾਲਜ ਦੇ ਅਧਿਆਪਕ, ਵਿਦਿਆਰਥੀ ਸਾਥੀ ਅਤੇ ਸੰਸਾਰ ਦਾ ਕਰੀਬ ਹਰ ਬੰਦਾ ਸਾਨੂੰ ਕਦਮ ਕਦਮ 'ਤੇ ਅਹਿਸਾਸ ਕਰਾ ਦਿੰਦਾ ਹੈ। ਸਾਨੂੰ ਸਮਾਜ ਵਿੱਚੋਂ ਲਾਈਆਂ ਕੁਝ ਰੋਕਾਂ ਮਨਾਹੀਆਂ ਨੂੰ ਵੀ ਪਰਖ ਪਛਾਣ ਲੈਣਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ ਆਪਣੀਆਂ ਇੱਛਾਵਾਂ ਅਤੇ ਆਜ਼ਾਦੀ ਦੇ ਭੁਲੇਖੇ ਜਾਂ ਕਿਸੇ ਇੱਕ ਰਿਸ਼ਤੇ ਵੱਲ ਉਲਰ ਕੇ ਹੋਰ ਕਿਸੇ ਰਿਸ਼ਤੇ ਦਾ ਕਤਲ ਕਰ ਬੈਠੀਏ। ਸੋ ਸਭ ਰਿਸ਼ਤਿਆਂ ਦੀ ਮਰਿਆਦਾ ਸਮਝ ਕੇ ਜੀਵਨ ਬਿਤਾਈਏ। ਜਿਵੇਂ ਕੁਝ ਰਿਸ਼ਤੇ ਘਰ ਦੇ ਹਨ ਜੋ ਘਰ ਵਿੱਚ ਰਹਿ ਕੇ ਮਾਣੇ ਜਾਂਦੇ ਹਨ, ਕੁਝ ਰਿਸ਼ਤੇ ਘਰੋਂ ਬਾਹਰ ਦੇ ਹੁੰਦੇ ਹਨ, ਉਹਨਾਂ ਨੂੰ ਘਰ ਵਿੱਚ ਲਿਆਉਣਾ ਬਹੁਤਾ ਸਹੀ ਨਹੀਂ ਹੁੰਦਾ। ਦੂਰ ਅਤੇ ਨੇੜੇ ਦੇ ਰਿਸ਼ਤੇ ਅਸਲ ਵਿੱਚ ਸਾਡੀ ਸ਼ਿੱਦਤ, ਪਿਆਰ ਅਤੇ ਸੰਵੇਦਨਸ਼ੀਲਤਾ 'ਤੇ ਨਿਰਭਰ ਕਰਦੇ ਹਨ। ਕਈ ਵਾਰ ਅਸੀਂ ਕਿਸੇ ਅਜਨਬੀ ਨਾਲ ਹੀ ਖੂਨ ਦੇ ਰਿਸ਼ਤੇ ਨਾਲੋਂ ਵੱਧ ਨੇੜਤਾ ਹੋ ਜਾਂਦੀ ਹੈ ਅਤੇ ਕਈ ਵਾਰ ਸੱਕੇ ਰਿਸ਼ਤੇਦਾਰ ਤੋਂ ਵੀ ਖਤਰਾ ਪੈਦਾ ਹੋ ਜਾਂਦਾ ਹੈ। ਰਿਸ਼ਤੇ ਨਿਭਾਉਣਾ ਤਾਂ ਇਸ ਖੇਡ ਖੇਡਣ ਤੋਂ ਸਮਝਿਆ ਜਾ ਸਕਦਾ ਹੈ ਜਿਵੇਂ ਤੁਸੀਂ ਛੋਟੇ ਹੁੰਦੇ A ਤੋਂ Z ਤੱਕ ਅੱਖਰਾਂ ਨੂੰ ਛੂਹਣ ਦੀ ਖੇਡ ਖੇਡਦੇ ਸੀ। ਕੋਈ ਤੁਹਾਨੂੰ ਆਪਣੀ ਮਰਜ਼ੀ ਨਾਲ ਅੱਖਰਾਂ ਨੂੰ ਪੈਨ ਨਾਲ ਛੂਹਣ ਲਈ ਕਹਿੰਦਾ ਸੀ, ਪਰ ਆਪਣੀ ਕੋਈ ਲਕੀਰ ਨਹੀਂ ਕੱਟਣੀ ਸੀ। ਉਸੇ ਤਰ੍ਹਾਂ ਹੀ ਰਿਸ਼ਤਿਆਂ ਦੀ ਸੀਮਾ ਵਿੱਚ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਹੈ। ਗਤੀਵਿਧੀ ਪਹਿਲੀ, ਇਹ ਸਭ ਰਿਸ਼ਤਿਆਂ ਨੂੰ ਤਰਤੀਬਵਾਰ ਪੈਨਸਲ ਨਾਲ ਮਿਲਾਓ ਅਤੇ ਵਾਪਸੀ 'ਤੇ ਫਿਰ ਇਹਨਾਂ ਹੀ ਨਿਸ਼ਾਨਾਂ 'ਤੇ ਆਉਣਾ ਆ। ਪਰ ਯਾਦ ਰੱਖਿਓ ਕਿ ਇੱਕ ਲਾਈਨ ਜਿਹੜੀ ਹੈ ਉਹ ਦੂਸਰੀ ਲਾਈਨ ਨੂੰ ਕੱਟਣੀ ਨਹੀਂ ਚਾਹੀਦੀ। ਇਹ ਰਿਸ਼ਤਿਆਂ ਦੇ ਨਾਮ ਨੰਬਰ ਵਾਈਜ਼ ਨਾਮ ਲਿਖੇ ਹੋਏ ਹੈ ਅਤੇ ਇਹਨਾਂ ਨੂੰ ਅਸੀਂ ਇਸੇ ਤਰ੍ਹਾਂ ਹੀ ਸੀਰੀਅਲ ਵਾਈਜ਼ ਨੰਬਰ ਵਾਈਜ਼ ਮਿਲਾਉਣਾ ਆ। ਸੋ ਰਿਸ਼ਤਿਆਂ ਨੂੰ ਨਿਭਾਉਣ ਸਮੇਂ ਇਹ ਖਿਆਲ ਰੱਖੋ ਕਿ ਕਿਸੇ ਵੱਲ ਇੰਨਾ ਵੀ ਨਾ ਅੱਗੇ ਵੱਧ ਜਾਓ ਕਿ ਕਿਸੇ ਹੋਰ ਰਿਸ਼ਤੇ ਵੱਲ ਦਾ ਰਾਹ ਹੀ ਬੰਦ ਹੋ ਜਾਵੇ। ਸੌਖੇ ਨਹੀਂ ਨਿਭਾਉਣੇ ਰਿਸ਼ਤੇ ਜ਼ਿੰਦਗੀ ਦੇ, ਕਿਸੇ ਨੂੰ ਸਮਝਾਉਂਦਿਆਂ ਕਿਸੇ ਨੂੰ ਸਮਝਦਿਆਂ ਹੀ ਉਮਰ ਬੀਤ ਜਾਂਦੀ ਹੈ। ਵਿਦਾ ਹੋਣਾ ਵੀ ਇੱਕ ਅਦਾ ਹੈ। ਰਿਸ਼ਤਾ ਛੱਡਣ ਦਾ ਸਲੀਕਾ। ਜੀਵਨ ਵਿੱਚ ਇਨਸਾਨ ਅਨੇਕ ਰਿਸ਼ਤੇ ਬਣਾਉਂਦਾ ਹੈ। ਕੁਝ ਰਿਸ਼ਤੇ ਪੂਰੀ ਉਮਰ ਨਿਭ ਜਾਂਦੇ ਹਨ ਅਤੇ ਕੁਝ ਅੱਧ ਵਿਚਕਾਰ ਹੀ ਟੁੱਟ ਜਾਂਦੇ ਹਨ। ਅਕਸਰ ਰਿਸ਼ਤੇ ਟੁੱਟ ਤਾਂ ਜਾਂਦੇ ਹਨ ਪਰ ਖ਼ਤਮ ਨਹੀਂ ਹੁੰਦੇ। ਇਹ ਕਿਤੇ ਨਾ ਕਿਤੇ ਮਨ ਦੀ ਕਿਸੇ ਨੁਕਰੇ ਯਾਦ ਬਣ ਕੇ ਸੁਲਗਦੇ ਰਹਿੰਦੇ ਹਨ। ਦੂਰ ਜਾਣ ਕਰਕੇ, ਗੁੱਸੇ ਗਿਲੇ ਵਧਣ ਕਰਕੇ, ਨਵੇਂ ਸਿਰੇ ਤੋਂ ਜੀਵਨ ਲੜੀ ਸ਼ੁਰੂ ਕਰਨ ਦੇ ਚੱਕਰ ਵਿੱਚ ਜਾਂ ਪਰਿਵਾਰ ਸਮਾਜ ਵੱਲੋਂ ਰੋਕਣ 'ਤੇ ਕਈ ਵਾਰ ਸਾਨੂੰ ਕੋਈ ਰਿਸ਼ਤਾ ਛੱਡਣਾ ਪੈਂਦਾ ਹੈ। ਕਈ ਵਾਰ ਸਾਨੂੰ ਇਹ ਅਹਿਸਾਸ ਹੋ ਜਾਂਦਾ ਕਿ ਸਾਹਮਣੇ ਵਾਲੇ ਨਾਲ ਸਾਡੀ ਨਿਭ ਨਹੀਂ ਸਕਦੀ ਜਾਂ ਉਹ ਸਾਥ ਦੇਣ ਦੇ ਕਾਬਲ ਨਹੀਂ, ਇਸ ਲਈ ਵੀ ਅਸੀਂ ਉਸ ਤੋਂ ਦੂਰ ਹੋ ਜਾਂਦੇ ਹਾਂ। ਕਈ ਰਿਸ਼ਤੇ ਛੱਡਣ ਤੋਂ ਬਾਅਦ ਅਸੀਂ ਮੁੜ ਕੇ ਉਹਨਾਂ ਨੂੰ ਸਾਰੀ ਉਮਰ ਕਦੇ ਨਹੀਂ ਮਿਲਦੇ, ਪਰੰਤੂ ਕਿਸੇ ਤੋਂ ਵਿਛੜਨਾ ਵੀ ਸਲੀਕੇਦਾਰ ਹੋਣਾ ਚਾਹੀਦਾ ਹੈ। ਗਤੀਵਿਧੀ 1, ਮੰਨ ਲਓ ਤੁਹਾਡਾ 10ਵੀਂ ਜਮਾਤ ਦਾ ਆਖਰੀ ਪਰਚਾ ਹੈ ਜਿਸ ਪਿੱਛੋਂ ਤੁਸੀਂ ਸਭ ਨੂੰ ਸਕੂਲ ਛੱਡ ਜਾਣਾ ਹੈ।
ਤੁਸੀਂ ਆਪਣੇ ਉਹਨਾਂ ਜਮਾਤੀਆਂ ਤੋਂ ਕਿਵੇਂ ਵਿਛੜੋਗੇ ਉਸ ਬਾਰੇ ਕਲਪਨਾ ਕਰਕੇ ਲਿਖੋ। ਜਦ ਕਿਸੇ ਨਾਲੋਂ ਨਾਤਾ ਤੋੜਨਾ ਹੋਵੇ ਤਾਂ ਹਮੇਸ਼ਾ ਚੰਗੇ ਮਾਹੌਲ ਵਿੱਚ ਵਿਛੜਨਾ ਚਾਹੀਦਾ ਹੈ। ਪੰਜਾਬੀ ਅਖਾਣ ਹੈ, ਸੱਜਣ ਛੱਡਿਆ ਰੰਗ ਸਿਉ ਬਹੁੜ ਵੀ ਆਵੈ ਕੰਮ। ਵਿਧੀ 2, ਆਪਣੇ ਸਕੂਲ ਦੇ ਨਾਂ ਇੱਕ ਪੰਨਾ ਲਿਖੋ ਅਤੇ ਅਧਿਆਪਕ ਸਾਹਿਬ ਨੂੰ ਦੇ ਕੇ ਜਾਓ। ਇੰਜ ਵਿਦਾ ਲਵੋ ਤੇ ਵਿਦਾ ਕਰੋ ਕਿ ਮੁੜ ਵੀ ਜੇ ਕਦੇ ਉਸ ਨਾਲ ਸਾਹਮਣਾ ਹੋ ਜਾਵੇ ਤਾਂ ਨਜ਼ਰਾਂ ਨਾ ਝੁਕਾਉਣੀਆਂ ਪੈਣ। ਸੋ ਇਹਨਾਂ ਨੁਕਤਿਆਂ ਦਾ ਖਿਆਲ ਰੱਖ ਕੇ ਰਿਸ਼ਤਾ ਛੱਡੋ। ਨੰਬਰ 1, ਸਾਹਮਣੇ ਵਾਲੇ ਨਾਲ ਬੀਤੇ ਸਮੇਂ ਨੂੰ ਯਾਦ ਕਰ ਉਸ ਦਾ ਧੰਨਵਾਦ ਕਰੋ। ਨੰਬਰ 2, ਕੋਈ ਕੌੜੀ ਯਾਦ ਸਾਂਝੀ ਕਰਨ ਦੀ ਬਜਾਏ ਮਿੱਠੀ ਯਾਦ ਸਾਂਝੀ ਕਰੋ। ਨੰਬਰ 3, ਅਗਰ ਤੁਸੀਂ ਉਸ ਆਦਮੀ ਨਾਲ ਸੰਪਰਕ ਰੱਖਣਾ ਚਾਹੁੰਦੇ ਹੋ ਤਾਂ ਆਪਸ ਵਿੱਚ ਸੰਪਰਕ ਨੰਬਰ ਸਾਂਝੇ ਕਰੋ। ਅਗਰ ਤੁਸੀਂ ਸਾਹਮਣੇ ਵਾਲੇ 'ਤੇ ਵਿਸ਼ਵਾਸ ਨਹੀਂ ਕਰਦੇ ਤਾਂ ਕਦੇ ਵੀ ਵਿਦਾ ਵਕਤ ਭਾਵੁਕ ਹੋ ਕੇ ਉਸ ਨੂੰ ਆਪਣੀ ਨਿੱਜੀ ਸਮੱਗਰੀ ਜਾਂ ਫੋਟੋ ਨਾ ਦਿਓ। ਜਾਂਦੇ ਵਕਤ ਕੋਈ ਗੁੱਸਾ, ਗਿਲਾ ਜਾਂ ਬਦਲਾ ਲੈਣ ਦਾ ਯਤਨ ਨਾ ਕਰੋ। ਸਤਿਕਾਰ, ਰਿਸ਼ਤਾ, ਧੰਨਵਾਦ, ਮੁਆਫੀ, ਵਿਦਾਈ। ਯਾਦ ਰੱਖੋ, ਜਿਸ ਕਹਾਣੀ ਨੂੰ ਅੰਤ ਤੱਕ ਲਿਆ ਨਹੀਂ ਜਾ ਸਕਦੇ ਉਸ ਨੂੰ ਇੱਕ ਸੋਹਣਾ ਜਿਹਾ ਮੋੜ ਦੇ ਕੇ ਛੱਡ ਦੇਣਾ ਬਿਹਤਰ ਹੈ। ਰਵੱਈਆ ਅਤੇ ਵਿਹਾਰ। ਬੱਚਿਓ, ਚੰਗਾ ਰਵੱਈਆ ਅਤੇ ਵਿਹਾਰ ਸਾਡੀ ਸ਼ਖਸੀਅਤ ਨੂੰ 4 ਚੰਨ ਲਗਾ ਦਿੰਦੇ ਹਨ। ਕਿਸੇ ਨਾਲ ਅਸੀਂ ਕਿਹੋ ਜਿਹਾ ਵਰਤਾਓ ਕਰਦੇ ਹਾਂ, ਕਿਸੇ ਸਥਿਤੀ ਵਿੱਚ ਅਸੀਂ ਕੀ ਪ੍ਰਤੀਕਿਰਿਆ ਕਰਦੇ ਹਾਂ, ਇਹ ਸਭ ਸਾਡੇ ਵਿਹਾਰ ਅਤੇ ਵਿਅਕਤੀਗਤ ਦੀ ਪਛਾਣ ਹੈ। ਇਸ ਲਈ ਸਹੀ ਰਵੱਈਏ ਸਿੱਖਦੇ ਅਤੇ ਅਪਣਾਉਂਦੇ ਰਹਿਣਾ ਜ਼ਰੂਰੀ ਹੈ। ਉਦਾਹਰਨ ਵਜੋਂ ਕਿਸੇ ਨਾਲ ਲੜਨਾ, ਸ਼ੱਕ ਕਰਨਾ, ਨਾ ਪੱਖੀ ਰਵੱਈਏ। ਇਹਨਾਂ ਦੀ ਬਜਾਏ ਖੁਸ਼ ਰਹਿਣਾ, ਆਸ਼ਾਵਾਦੀ ਰਹਿਣਾ, ਮਿਹਨਤ ਕਰਨੀ, ਮਿੱਠਾ ਬੋਲਣਾ ਆਦਿ ਚੰਗੇ ਵਿਹਾਰ ਦੇ ਲੱਛਣ ਹਨ। ਗਤੀਵਿਧੀ। ਬੱਚਿਓ, ਆਓ ਅਸੀਂ ਆਪਣੀ ਜਮਾਤ ਦੇ ਕਮਰੇ ਵਿੱਚ ਗਤੀਵਿਧੀ ਕਰੀਏ। ਤੁਸੀਂ ਆਪੋ ਆਪਣੀ ਵਰਕਸ਼ੀਟ ਉੱਪਰ ਇਹ ਲਿਖਣਾ ਕਿ ਨਿਮਨਲਿਖਤ ਸਥਿਤੀ ਵਿੱਚ ਕਿਹੜਾ ਰਵੱਈਆ ਅਪਣਾਉਣਾ ਜਾਂ ਕਿਹੜਾ ਵਿਹਾਰ ਕਰਨਾ ਸਹੀ ਹੈ। ਸਥਿਤੀ 1, ਤੁਸੀਂ ਸੜਕ 'ਤੇ ਜਾ ਰਹੇ ਹੋ। ਤੁਹਾਡੇ ਸਾਹਮਣੇ ਇੱਕ ਮੁੰਡੇ ਨੇ ਕੇਲਾ ਖਾ ਕੇ ਸੜਕ 'ਤੇ ਸੁੱਟ ਦਿੱਤਾ। ਤੁਸੀਂ ਕੀ ਕਰੋਗੇ? ਉਸ ਲੜਕੇ ਨੂੰ ਉਸ ਦੀ ਗਲਤੀ ਬਾਰੇ ਸਮਝਾਵਾਂਗੇ ਜਾਂ ਫਿਰ ਨੰਬਰ 2, ਕਿਸੇ ਹੋਰ ਨੂੰ ਬੁਲਾ ਕੇ ਛਿਲਕਾ ਚੁਕਾ ਦੇਵਾਂਗੇ। ਨੰਬਰ 3, ਆਪ ਹੀ ਛਿਲਕਾ ਚੁੱਕ ਕੇ ਕੂੜੇਦਾਨ ਵਿੱਚ ਪਾਵਾਂਗੇ। ਨੰਬਰ 4, ਪੁਲਿਸ ਨੂੰ ਉਸ ਲੜਕੇ ਦੀ ਸ਼ਿਕਾਇਤ ਕਰਾਂਗੇ। ਸਥਿਤੀ 2, ਤੁਹਾਡੇ ਸਾਥੀਆਂ ਨੇ ਤੁਹਾਡੇ ਜਨਮ ਦਿਨ 'ਤੇ ਤੁਹਾਨੂੰ ਚਾਕਾਂ ਦਾ ਖਾਲੀ ਡੱਬਾ ਦਿੱਤਾ ਹੈ। ਤੁਸੀਂ ਕੀ ਪ੍ਰਤੀਕਿਰਿਆ ਕਰੋਗੇ? ਨੰਬਰ 1, ਉਹਨਾਂ ਨਾਲ ਬੋਲਣਾ ਬੰਦ ਕਰ ਦੇਵੋਗੇ। ਨੰਬਰ 2, ਉਹਨਾਂ ਵੱਲ ਦੇਖ ਕੇ ਹੱਸ ਜਾਂ ਮੁਸਕਰਾ ਛੱਡੋਗੇ। ਨੰਬਰ 3, ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੇਵੋਗੇ। ਨੰਬਰ 4, ਉਹਨਾਂ ਵੱਲ ਗੁੱਸੇ ਨਾਲ ਵੇਖੋਗੇ। ਅਸੀਂ ਜਮਾਤ ਦੇ ਵਿਦਿਆਰਥੀਆਂ ਨੂੰ 2 ਅਲੱਗ-ਅਲੱਗ ਗਰੁੱਪ ਵਿੱਚ ਵੰਡ ਲਓ। ਫਿਰ ਦੋਹਾਂ ਗਰੁੱਪਾਂ ਵਿੱਚੋਂ ਕਿਸੇ ਇੱਕ ਸਥਿਤੀ 'ਤੇ ਸਹੀ ਅਤੇ ਗਲਤ ਵਿਚਾਰ ਵਿਹਾਰ ਪ੍ਰਦਰਸ਼ਿਤ ਕਰੋ ਅਤੇ ਚਰਚਾ ਕਰੋ ਕਿ ਕਿਹੜਾ ਵਿਚਾਰ ਸਹੀ ਹੈ। ਸਿੱਟਾ। ਸਥਿਤੀ ਤੋਂ ਭੱਜ ਨਿਕਲਣਾ ਜਾਂ ਬਦਲੇ ਵਿੱਚ ਗਲਤ ਦਾ ਜਵਾਬ ਗਲਤ ਨਾਲ ਦੇਣਾ ਕੋਈ ਸਿਆਣਪ ਨਹੀਂ ਹੈ, ਸਗੋਂ ਗਲਤ ਸਾਹਮਣੇ ਵੀ ਚੰਗਾ ਵਿਹਾਰ ਕਰਕੇ ਦਿਖਾਓ। ਬੱਚਿਓ, ਇਸ ਚੈਪਟਰ ਵਿੱਚ ਸਿੱਖਣ ਵਾਲੀ ਗੱਲ ਇਹ ਹੈ ਕਿ ਇੱਕ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਚੰਗੇ ਇਨਸਾਨ ਨੇ ਕਿਸ ਤਰ੍ਹਾਂ ਆਪਣੇ ਰਿਸ਼ਤਿਆਂ ਨੂੰ ਵੀ ਨਿਭਾਉਣਾ ਹੈ ਅਤੇ ਆਪਣੇ ਵਿਹਾਰ ਦੇ ਨਾਲ ਇਸ ਸਮਾਜ ਦੇ ਵਿੱਚ ਆਪਣੀ ਇੱਕ ਪਛਾਣ ਵੀ ਬਣਾਉਣੀ ਹੈ। ਧੰਨਵਾਦ।